ਸਵਾਗਤ ਹੈ ਤੁਹਾਡਾ ਅੰਮ੍ਰਿਤ ਸੀਨੀਅਰ ਸੈਕੰਡਰੀ ਸਕੂਲ ਦੇ ਆਨਲਾਈਨ ਸਟੱਡੀ ਦੇ YouTube ਚੈਨਲ 'ਤੇ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਆਪਣੀ 10ਵੀਂ ਸ਼੍ਰੇਣੀ ਦੀ ਪਾਠ ਪੁਸਤਕ ਵੰਨਗੀ ਵਿੱਚੋਂ ਕਹਾਣੀ ਨੰਬਰ 4 ਬੰਮ ਬਹਾਦਰ ਪੜ੍ਹਨ ਜਾ ਰਹੇ ਹਾਂ, ਜੋ ਕਿ ਗੁਰਬਖਸ਼ ਸਿੰਘ ਜੀ ਦੁਆਰਾ ਲਿਖੀ ਗਈ ਹੈ। ਕਹਾਣੀ ਪੜ੍ਹਨ ਤੋਂ ਪਹਿਲਾਂ ਅਸੀਂ ਗੁਰਬਖਸ਼ ਸਿੰਘ ਜੀ ਦੇ ਜੀਵਨ 'ਤੇ ਚਾਨਣਾ ਪਾਉਂਦੇ ਹਾਂ। ਗੁਰਬਖਸ਼ ਸਿੰਘ ਜੀ ਦਾ ਜਨਮ 26 ਅਪ੍ਰੈਲ 1895 ਈਸਵੀ ਨੂੰ ਮਾਤਾ ਸ਼੍ਰੀਮਤੀ ਮਾਲਨੀ ਪਿਤਾ ਸ਼੍ਰੀ ਪਸ਼ੌਰਾ ਸਿੰਘ ਦੇ ਘਰ ਸਿਆਲਕੋਟ ਵਿਖੇ ਹੋਇਆ। ਰੁੜਕੀ ਦੇ ਇੰਜੀਨੀਅਰਿੰਗ ਕਾਲਜ ਵਿੱਚੋਂ ਇੰਜੀਨੀਅਰਿੰਗ ਦਾ ਡਿਪਲੋਮਾ ਪਾਸ ਕਰਨ ਉਪਰੰਤ ਆਪ ਉਚੇਰੀ ਵਿੱਦਿਆ ਲਈ ਅਮਰੀਕਾ ਚਲੇ ਗਏ। ਉੱਥੇ ਮਿਸ਼ੀਗਨ ਯੂਨੀਵਰਸਿਟੀ ਵਿੱਚੋਂ ਇੰਜੀਨੀਅਰ ਦੀ ਡਿਗਰੀ ਹਾਸਲ ਕੀਤੀ। ਕੁਝ ਦੇਰ ਭਾਰਤ ਦੇ ਰੇਲਵੇ ਵਿਭਾਗ ਵਿੱਚ ਇੰਜੀਨੀਅਰ ਦੇ ਤੌਰ 'ਤੇ ਨੌਕਰੀ ਕੀਤੀ, ਪਰ ਆਜ਼ਾਦ ਤਬੀਅਤ ਦੇ ਮਾਲਕ ਹੋਣ ਕਰਕੇ ਆਪ ਨੇ ਨੌਕਰੀ ਛੱਡ ਦਿੱਤੀ। ਨੌਕਰੀ ਛੱਡਣ ਉਪਰੰਤ ਆਪ ਨੇ ਸਾਹਿਤ ਦੇ ਖੇਤਰ ਵਿੱਚ ਪ੍ਰਵੇਸ਼ ਕੀਤਾ। 1933 ਈਸਵੀ ਵਿੱਚ ਮਾਸਿਕ ਪੱਤਰ ਪ੍ਰੀਤਲੜੀ ਛਾਪਣਾ ਸ਼ੁਰੂ ਕੀਤਾ। ਇਸ ਰਸਾਲੇ ਦੀ ਚੜ੍ਹਤ ਕਾਰਨ ਆਪ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਨਾਂ ਨਾਲ ਪ੍ਰਸਿੱਧ ਹੋਏ। 1938 ਈਸਵੀ ਤੋਂ ਉਹਨਾਂ ਲਾਹੌਰ ਅਤੇ ਅੰਮ੍ਰਿਤਸਰ ਵਿਚਕਾਰ ਪ੍ਰੀਤਨਗਰ ਦਾ ਕਸਬਾ ਵਸਾ ਕੇ ਆਪਣਾ ਸੁਪਨਾ ਸਾਕਾਰ ਕੀਤਾ। ਅੱਜ ਅਸੀਂ ਉਹਨਾਂ ਦੁਆਰਾ ਲਿਖੀ ਗਈ ਕਹਾਣੀ ਬੰਮ ਬਹਾਦਰ ਪੜ੍ਹਨ ਜਾ ਰਹੇ ਹਾਂ। ਕਹਾਣੀ ਪੜ੍ਹਨ ਤੋਂ ਪਹਿਲਾਂ ਆਓ ਅਸੀਂ ਕਹਾਣੀ ਬਾਰੇ ਜਾਣਦੇ ਹਾਂ। ਬੰਮ ਬਹਾਦਰ ਗੁਰਬਖਸ਼ ਸਿੰਘ ਦੀ ਬਹੁ ਚਰਚਿਤ ਕਹਾਣੀ ਹੈ। ਇਸ ਵਿੱਚ ਜਦੋਂ ਮਹੰਤ ਮਾਤਾ ਦੀਨ ਬੰਮ ਦੀ ਖੁਰਾਕ ਨੂੰ ਹਰ ਰੋਜ਼ ਘਟਾਉਣ ਲੱਗਿਆ ਤਾਂ ਨਾਰਾਜ਼ਗੀ ਵਿੱਚ ਬੰਮ ਨੇ ਖੋਰੂ ਪਾਉਣਾ ਸ਼ੁਰੂ ਕਰ ਦਿੱਤਾ। ਪਰ ਮਹਾਰਾਣੀ ਦੇ ਮਹਿਲਾਂ ਵਿੱਚ ਆਉਣ 'ਤੇ ਬੰਮ ਦੇ ਵਿਹਾਰ ਵਿੱਚ ਢੇਰ ਸਾਰਾ ਬਦਲਾਅ ਆਇਆ, ਕਿਉਂਕਿ ਮਹਾਰਾਣੀ ਬੰਮ ਬਹਾਦਰ ਦਾ ਵਿਸ਼ੇਸ਼ ਧਿਆਨ ਰੱਖਦੀ ਸੀ। ਬੰਮ ਨੂੰ ਆਪਣੇ ਹੱਕ ਖੁੱਸਣ 'ਤੇ ਹੋਰ ਵੀ ਨਾਰਾਜ਼ਗੀ ਹੋ ਜਾਂਦੀ ਹੈ। ਮਾਤਾ ਦੀਨ ਪ੍ਰਤੀ ਗੁੱਸੇ ਦੀ ਪ੍ਰਤੀਕਿਰਿਆ ਵਜੋਂ ਉਹ ਬਾਗ ਦੀ ਅਤੇ ਮਾਤਾ ਦੀਨ ਦੇ ਘਰ ਦੀ ਤਬਾਹੀ ਕਰ ਦਿੰਦਾ ਹੈ। ਇਸ ਸਾਰੀ ਘਟਨਾ ਦਾ ਮਹਾਰਾਣੀ ਨੂੰ ਪਤਾ ਲੱਗਦਾ ਹੈ ਤਾਂ ਉਹ ਬੰਮ ਦੀ ਮਨੋਦਸ਼ਾ ਨੂੰ ਸਮਝਦੀ ਹੈ ਤੇ ਉਸ ਦੀ ਖੁਰਾਕ ਦਾ ਵੱਲ ਆਪ ਧਿਆਨ ਦਿੰਦੀ ਹੈ। ਇਸ ਸਾਰੇ ਵਰਤਾਰੇ ਦਾ ਬੰਬ ਦੇ ਵਤੀਰੇ 'ਤੇ ਕਿਵੇਂ ਅਸਰ ਹੁੰਦਾ ਹੈ, ਉਸ ਨੂੰ ਕਹਾਣੀਕਾਰ ਨੇ ਬੜੇ ਹੀ ਮਨੋਵਿਗਿਆਨਿਕ ਢੰਗ ਨਾਲ ਪੇਸ਼ ਕੀਤਾ ਹੈ। ਇਸ ਕਹਾਣੀ ਦੁਆਰਾ ਕਹਾਣੀਕਾਰ ਨੇ ਜਾਨਵਰਾਂ ਦੀਆਂ ਕੋਮਲ ਭਾਵਨਾਵਾਂ ਨੂੰ ਸਮਝਣ 'ਤੇ ਵੀ ਜ਼ੋਰ ਦਿੱਤਾ ਹੈ। ਅੱਜ ਅਸੀਂ ਕਹਾਣੀ ਦਾ ਪੰਨਾ ਨੰਬਰ 33 ਪੜ੍ਹਨ ਜਾ ਰਹੇ ਹਾਂ। ਆਓ ਕਹਾਣੀ ਸ਼ੁਰੂ ਕਰਦੇ ਹਾਂ। ਬੰਮ ਬਹਾਦਰ। ਮਹੰਤ ਮਾਤਾ ਦੀਨ ਨੇ ਮਹਾਰਾਜ ਅੱਗੇ ਸ਼ਿਕਾਇਤ ਕੀਤੀ ਕਿ ਹਾਥੀ ਬੰਮ ਬਹਾਦਰ ਕਈ ਦਿਨਾਂ ਤੋਂ ਨਮੋੜ ਹੁੰਦਾ ਜਾ ਰਿਹਾ ਸੀ। ਬੰਮ ਸ਼ਾਮੀ ਖਰੂੰਦ ਕਰਦਾ, ਹਾਥੀ ਖਾਨਾ ਸਿਰ ਚੁੱਕੀ ਰੱਖਦਾ ਹੈ। ਕੋਈ ਗੱਲ ਨਹੀਂ ਮਾਤਾ ਦੀਨ, ਮਹਾਰਾਜ ਠਰੱਮੇ ਨਾਲ ਬੋਲੇ। ਬੰਮ ਸਾਡਾ ਤਮਾਸ਼ਬੀਨ ਹੈ। ਤਮਾਸ਼ੇ ਨੂੰ ਚਿਰ ਹੋ ਗਿਆ ਹੈ। ਆਉਂਦੇ ਬੁੱਧ ਨੂੰ ਜਦੋਂ ਅਸੀਂ ਸ਼ਾਦੀ ਕਰਕੇ ਆਵੀਏ ਤਾਂ ਬੰਮ ਬਹਾਦਰ ਨੂੰ ਖੂਬ ਸਜਾ ਕੇ ਸਟੇਸ਼ਨ 'ਤੇ ਲਿਆਉਣਾ। ਮਹਾਰਾਣੀ ਤੇ ਮੈਂ ਉਹਦੇ ਉੱਤੇ ਚੜ੍ਹ ਕੇ ਮਹਿਲੀਂ ਆਵਾਂਗੇ। ਪਿਆਰੇ ਵਿਦਿਆਰਥੀਓ, ਅੱਗੇ ਪੜ੍ਹਨ ਤੋਂ ਪਹਿਲਾਂ ਆਓ ਅਸੀਂ ਇਸ ਨੂੰ ਥੋੜ੍ਹਾ ਵਿਸਥਾਰ ਨਾਲ ਜਾਣਦੇ ਹਾਂ। ਜਦ ਮਾਤਾ ਦੀਨ ਨੇ ਮਹਾਰਾਜ ਨੂੰ ਬੰਮ ਬਹਾਦਰ ਦੀ ਸ਼ਿਕਾਇਤ ਕੀਤੀ ਤਾਂ
ਮਹਾਰਾਜ ਨੇ ਮਾਤਾ ਦੀਨ ਦੀ ਗੱਲ ਨੂੰ ਕੱਟਦਿਆਂ ਕਿਹਾ ਕਿ ਕੋਈ ਗੱਲ ਨਹੀਂ, ਬੰਮ ਤਮਾਸ਼ਬੀਨ ਹੈ, ਕਿਉਂਕਿ ਬੰਮ ਮਹਾਰਾਜ ਦੇ ਬਹੁਤ ਸਾਰੇ ਹਾਥੀਆਂ ਵਿੱਚੋਂ ਸਭ ਤੋਂ ਪਿਆਰਾ ਹਾਥੀ ਸੀ। ਬੰਮ ਨਿਰਾ ਬਹਾਦਰ ਹੀ ਨਹੀਂ, ਹੱਦ ਦਰਜੇ ਦਾ ਅਣਖੀਲਾ ਹਾਥੀ ਸੀ। ਮਹਾਰਾਜ ਇਹਦੀ ਅਣਖ ਦੀ ਕਦਰ ਪਾਉਂਦੇ ਸਨ। ਹਰ ਜਲਸੇ ਦਾ ਸ਼ਿੰਗਾਰ ਇਹਨੂੰ ਬਣਾਉਂਦੇ ਸਨ। ਸ਼ਿੰਗਾਰੇ ਹੋਏ ਬੰਮ ਦਾ ਸਲੀਕਾ ਚੰਗੇ ਤੋਂ ਚੰਗੇ ਸਿਪਾਹੀ ਨੂੰ ਮਾਤ ਪਾਉਂਦਾ ਸੀ, ਪਰ ਹਾਥੀ ਖਾਨੇ ਵਿੱਚ ਉਹ ਉਦਮ ਮਚਾਈ ਰੱਖਦਾ ਸੀ। ਬੜਾ ਸਮਝਦਾਰ ਹੋਣ ਕਰਕੇ ਮੁਲਾਜ਼ਮਾਂ ਦੀ ਬੇਕਾਇਦਗੀ ਜਾਂ ਬੇਈਮਾਨੀ 'ਤੇ ਬੜਾ ਖਫਾ ਰਹਿੰਦਾ ਸੀ। ਕਿਸੇ ਕਿਸੇ ਮੁਲਾਜ਼ਮ ਦੇ ਮੂੰਹੋਂ ਇਹ ਨਿਕਲ ਜਾਂਦਾ ਸੀ, ਬੰਮ ਖਸਲਤ ਦਾ ਮਾੜਾ ਨਹੀਂ, ਮਹੰਤ ਨੇ ਜਦ ਤੋਂ ਇਹਦੇ ਰਾਤਬ ਹਾਥੀ ਦਾ ਖਾਣਾ ਵਿੱਚੋਂ ਚੋਰੀ ਵਧਾ ਦਿੱਤੀ ਹੈ, ਇਹ ਉਹਦੇ ਨਾਲ ਨਾਰਾਜ਼ ਰਹਿੰਦਾ ਹੈ ਤੇ ਖੋਰੂ ਪਾਉਂਦਾ ਹੈ। ਪਹਿਲੀਆਂ ਵਿੱਚ ਸਭ ਤੋਂ ਚੰਗੇ ਹਾਥੀ ਦੀ ਸ਼ੋਹਰਤ ਰੱਖਦਾ ਸੀ। ਬੰਮ ਮਹਾਰਾਜ ਦਾ ਇੱਕ ਬਹਾਦਰ ਹਾਥੀ ਹੀ ਨਹੀਂ, ਸਗੋਂ ਇੱਕ ਅਣਖੀਲਾ ਹਾਥੀ ਵੀ ਸੀ, ਕਿਉਂਕਿ ਉਹ ਇੱਕ ਬਹੁਤ ਹੀ ਸਲੀਕੇ ਵਾਲਾ ਹਾਥੀ ਸੀ ਤੇ ਸਮਝਦਾਰ ਵੀ ਸੀ। ਪਰ ਜਦੋਂ ਤੋਂ ਮਾਤਾ ਦੀ ਨੇ ਉਸਦੇ ਰਾਸ਼ਨ ਵਿੱਚ ਚੋਰੀ ਕਰਨੀ ਸ਼ੁਰੂ ਕੀਤੀ ਸੀ ਤਾਂ ਉਹ ਬਹੁਤ ਹੀ ਨਾਰਾਜ਼ ਰਹਿੰਦਾ ਸੀ। ਮਹਾਰਾਜਾ ਉਦੈਪੁਰ ਤੋਂ ਵਿਆਹ ਕਰਾ ਕੇ ਅੱਜ ਆਪਣੀ ਰਿਆਸਤ ਵਿੱਚ ਪਹੁੰਚ ਰਹੇ ਸਨ। ਸਟੇਸ਼ਨ ਦੀ ਸਜਾਵਟ ਬੇਮਿਸਾਲ ਸੀ। ਬਾਹਰ ਮੋਟਰਾਂ ਦੀਆਂ ਪਾਲਾਂ ਜੁੜੀਆਂ ਖੜੀਆਂ ਸਨ। ਘੋੜਸਵਾਰ ਤਲਈ ਵਰਦੀਆਂ ਵਿੱਚ ਅਰਬੀ ਘੋੜਿਆਂ 'ਤੇ ਪੱਟ ਜਮਾਈ ਬੈਠੇ ਸਨ। ਬੰਮ ਬਹਾਦਰ ਦੀ ਸ਼ਬ ਛੱਲੀ ਨਹੀਂ ਸੀ ਜਾਂਦੀ। ਉਹ ਸਾਰਾ ਸੋਨੇ ਨਾਲ ਜੜਿਆ ਝਿਲਮਿਲ ਕਰ ਰਿਹਾ ਸੀ। ਸੁਨਹਿਰੀ ਹੋਣ ਦੇ ਨਾਲੋਂ ਸੋਨੇ ਦੇ ਛੱਬੇ ਛਣਕ ਰਹੇ ਸਨ ਤੇ ਚਿੱਟੇ ਦੰਦਾਂ 'ਤੇ ਵੀ ਅੱਜ ਸੋਨਾ ਚੜ੍ਹਿਆ ਹੋਇਆ ਸੀ। ਉੱਤੇ ਮਾਤਾ ਦੀਨ ਬੈਠਾ ਆਪਣੀ ਉਚਾਈ ਦਾ ਵਿਖਾਲਾ ਪਾ ਰਿਹਾ ਸੀ। ਪਿਆਰੇ ਵਿਦਿਆਰਥੀਓ, ਜਦੋਂ ਮਹਾਰਾਜ ਉਦੈਪੁਰ ਤੋਂ ਵਿਆਹ ਕਰਾ ਕੇ ਆਪਣੀ ਰਿਆਸਤ ਵਿੱਚ ਪਹੁੰਚੇ ਤਾਂ ਬੰਮ ਬਹਾਦਰ ਮਹਾਰਾਣੀ ਤੇ ਮਹਾਰਾਜ ਨੂੰ ਸਟੇਸ਼ਨ 'ਤੇ ਲਿਆਉਣ ਲਈ ਇਸ ਤਰ੍ਹਾਂ ਸੱਜਿਆ ਧੱਜਿਆ ਸੀ ਕਿ ਸਾਰਿਆਂ ਵਿੱਚੋਂ ਸਭ ਤੋਂ ਅਲੱਗ ਹੀ ਤੇ ਵੱਖਰਾ ਹੀ ਲੱਗ ਰਿਹਾ ਸੀ। ਮਹਾਰਾਜ ਤੇ ਮਹਾਰਾਣੀ ਦੋਹਾਂ ਪਾਸਿਆਂ ਨਾਲ ਤਰੀਆਂ ਪੌੜੀਆਂ ਥਾਣੀ ਚੜ੍ਹ ਕੇ ਹੌਂਦੇ ਵਿੱਚ ਬਹਿ ਗਏ। ਲੋਕਾਂ ਨੇ ਜੈ ਬੁਲਾਈ। ਬੰਮ ਬਹਾਦਰ ਨੇ ਸੁੰਡ ਹਿਲਾਈ। ਹਾਥੀ ਖਾਨੇ ਵਿੱਚ ਉਹਦੇ ਬਾਰੇ ਮਾਤਾ ਦੀਨ ਭਾਵੇਂ ਕੁਝ ਪਿਆ ਆਖੇ, ਜਲੂਸ ਵਿੱਚ ਉਹਦੀ ਕੋਈ ਗਲਤੀ ਨਾ ਕੱਢ ਸਕਿਆ। ਚੰਗੇ ਤੋਂ ਚੰਗੇ ਸਿਪਾਹੀ ਨੇ ਉਹਦੇ ਨਾਲੋਂ ਵਧੇਰੇ ਚੇਤਨ ਕੀ ਹੋਣਾ ਸੀ। ਝੂਮਦਾ ਝਾਮਦਾ ਲਟਕਦਾ ਮਟਕਦਾ ਬੰਮ ਆਪਣੀ ਸ਼ਾਹੀ ਪਾਰ ਨੂੰ ਮਹਿਲਾਂ ਦੇ ਦਰਾਂ 'ਤੇ ਲੈ ਆਇਆ। ਹੋਰ ਮੁਲਾਕਾਤ ਕਰਾਉਣ ਤੋਂ ਪਹਿਲਾਂ ਮਹਾਰਾਜ ਨੇ ਨਵੀਂ ਮਹਾਰਾਣੀ ਦੀ ਜਾਣ ਪਛਾਣ ਬੰਮ ਨਾਲ ਇਸ ਤਰ੍ਹਾਂ ਕਰਾਈ। ਬੰਮ ਬਹਾਦਰ, ਤੇਰੀ ਮਹਾਰਾਣੀ, ਜਿਹਨੂੰ ਤੂੰ ਸ਼ਾਇਦ ਮੇਰੇ ਨਾਲੋਂ ਵੀ ਬਹੁਤੇ ਸ਼ੌਕ ਨਾਲ ਉਡੀਕ ਰਿਹਾ ਸੈਂ। ਬੰਮ ਨੇ ਸੁੰਡ ਚੁੱਕ ਕੇ ਮਹਾਰਾਣੀ ਨੂੰ ਸਲਾਮੀ ਦਿੱਤੀ। ਪਿਆਰੇ ਵਿਦਿਆਰਥੀਓ, ਜਦੋਂ ਬੰਮ ਆਪਣੀ ਮਹਾਰਾਜ ਤੇ ਮਹਾਰਾਣੀ ਨੂੰ ਆਪਣੇ ਉੱਪਰ ਬਿਠਾ ਕੇ ਮਹਿਲਾਂ ਤੱਕ ਲਿਆਇਆ ਤਾਂ ਕੋਈ ਵੀ ਬੰਮ ਦੀ ਗਲਤੀ ਨਾ ਕੱਢ ਸਕਿਆ ਤੇ ਮਹਾਰਾਜ ਨੇ ਵੀ ਸਭ ਤੋਂ ਪਹਿਲਾਂ ਨਵੀਂ ਮਹਾਰਾਣੀ ਦੀ ਜਾਣ ਪਛਾਣ ਬੰਮ ਬਹਾਦਰ ਨਾਲ ਕਰਾਈ। ਮਹਾਰਾਜ ਨੇ ਕਿਹਾ ਕਿ ਬੰਮ, ਸ਼ਾਇਦ ਤੂੰ ਮੇਰੇ ਨਾਲ ਵੀ ਜ਼ਿਆਦਾ ਪਹਿਲਾਂ ਮਹਾਰਾਣੀ ਜੀ ਦੀ ਉਡੀਕ ਕਰ ਰਿਹਾ ਸੀ। ਤੇ ਕਿਸ ਤਰ੍ਹਾਂ ਬੰਮ ਬਹਾਦਰ ਨੇ ਬੜੇ ਹੀ ਪਿਆਰ ਨਾਲ ਆਪਣੀ ਸੁੰਡ ਚੁੱਕ ਕੇ ਮਹਾਰਾਣੀ ਨੂੰ ਸਲਾਮੀ ਦਿੱਤੀ। ਮਹਾਰਾਣੀ ਦਾ ਮੂੰਹ ਮਿੱਤਰ ਪਿਆਰ ਦੀ ਮੋਹਣੀ ਤਸਵੀਰ ਸੀ। ਮਹਾਰਾਜ ਜਿੱਡੀ ਲੰਬੀ ਭਰੇ ਹੋਏ ਪੂਰਨ ਬੁੱਲ੍ਹ ਤੇ ਹੱਸਦਾ ਮੱਥਾ, ਮੋਟੀਆਂ ਕਾਲੀਆਂ ਅੱਖਾਂ ਜਿਹੜੀਆਂ ਨਿਰੀਆਂ ਵੇਖ ਹੀ ਨਹੀਂ ਸਨ ਛੱਡਦੀਆਂ,
ਛੱਡਦਿਆਂ ਜਿੱਥੇ ਪੈਂਦੀਆਂ ਕੁਝ ਕਹਿ ਗਈਆਂ ਜਾਪਦੀਆਂ ਸਨ। ਕੀ ਕਹਿ ਗਈਆਂ ਵੇਖਦੇ ਹੋਏ ਸੋਚਦੇ ਰਹਿ ਜਾਂਦੇ ਸਨ। ਇਹਨਾਂ ਅੱਖਾਂ ਵਿੱਚੋਂ ਹਰ ਮਿਹਰਬਾਨ ਇਸ਼ਾਰੇ ਦੀ ਮੋੜਵੀਂ ਕਦਰ ਇਉਂ ਲਿਸ਼ਕ ਪੈਂਦੀ ਜਿਉਂ ਸੁਰ ਹੋਈ ਸਿਤਾਰ ਜਿੱਡੀ ਨਿੰਮੀ ਛੂਹ ਨਾਲ ਵੀ ਛਣਕ ਪੈਂਦੀ ਹੈ। ਬੰਮ ਨੇ ਆਪਣੀ ਮਹਾਰਾਣੀ ਨੂੰ ਸਲਾਮੀ ਦਿੱਤੀ ਤੇ ਮਹਾਰਾਜ ਬੋਲੇ, ਇਹ ਮੇਰਾ ਹਾਥੀ ਨਹੀਂ, ਮੇਰਾ ਦੋਸਤ ਹੈ। ਇਹਦਾ ਤੇ ਮੇਰਾ ਜਨਮ ਦਿਨ ਸਾਂਝਾ ਹੈ। ਪਿਆਰੇ ਵਿਦਿਆਰਥੀਓ, ਜਦ ਮਹਾਰਾਜ ਨੇ ਮਹਾਰਾਣੀ ਦੀ ਬੰਮ ਨਾਲ ਮੁਲਾਕਾਤ ਕਰਾਈ ਤਾਂ ਕਿਸ ਤਰ੍ਹਾਂ ਮਹਾਰਾਜ ਨੇ ਕਿਹਾ ਕਿ ਬੰਮ ਮੇਰਾ ਹਾਥੀ ਹੀ ਨਹੀਂ ਸਗੋਂ ਮੇਰਾ ਦੋਸਤ ਵੀ ਹੈ। ਮਹਾਰਾਣੀ ਨੇ ਬੰਮ ਦੀ ਸਲਾਮੀ ਦੇ ਉੱਤਰ ਵਿੱਚ ਦੋਵੇਂ ਹੱਥ ਜੋੜ ਦਿੱਤੇ। ਕਿਸੇ ਇਨਸਾਨੀ ਅੱਖ ਵਿੱਚ ਨਿਮਰ ਹੁਸਨ ਲਈ ਬੰਮ ਬਹਾਦਰ ਨਾਲ ਵਧੇਰੇ ਕਦਰ ਨਹੀਂ ਸੀ ਹੋ ਸਕਦੀ। ਪਿਆਰੇ ਵਿਦਿਆਰਥੀਓ, ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇਨਸਾਨਾਂ ਵਾਂਗੂ ਜਾਨਵਰ ਵੀ ਆਪਣੇਪਨ ਨੂੰ ਬਹੁਤ ਹੀ ਬਖੂਬੀ ਸਮਝ ਜਾਂਦੇ ਹਨ। ਬੰਬ ਵੀ ਮਹਾਰਾਣੀ ਦੇ ਆਪਣੇਪਨ ਨੂੰ ਬੜੀ ਹੀ ਨਿਮਰਤਾ ਨਾਲ ਸਮਝ ਗਿਆ ਤੇ ਬੜੇ ਹੀ ਪਿਆਰ ਨਾਲ ਉਸਨੇ ਮਹਾਰਾਣੀ ਨੂੰ ਆਪਣੀ ਸੁੰਡ ਚੁੱਕ ਕੇ ਸਲਾਮੀ ਦਿੱਤੀ। ਪਿਆਰੇ ਵਿਦਿਆਰਥੀਓ, ਇਸ ਪੰਨੇ ਨਾਲ ਸੰਬੰਧਿਤ ਤੁਹਾਨੂੰ ਕੁਝ ਪ੍ਰਸ਼ਨਾਂ ਦੇ ਉੱਤਰ ਆਪਣੀ ਕਾਪੀ 'ਤੇ ਦੇਣੇ ਪੈਣਗੇ ਜੋ ਮੈਂ ਬੋਲ ਰਹੀ ਹਾਂ। ਪ੍ਰਸ਼ਨ ਨੰਬਰ 1, ਬੰਮ ਬਹਾਦਰ ਕਹਾਣੀ ਕਿਸ ਦੀ ਰਚਨਾ ਹੈ? ਪ੍ਰਸ਼ਨ ਨੰਬਰ 2, ਮਾਤਾ ਦਿਨ ਕਿਸ ਚੀਜ਼ ਦੀ ਚੋਰੀ ਕਰਦਾ ਸੀ? ਪ੍ਰਸ਼ਨ ਨੰਬਰ 3, ਮਹਾਰਾਜ ਕਿੱਥੋਂ ਵਿਆਹ ਕਰਾ ਕੇ ਆ ਰਹੇ ਸਨ? ਪ੍ਰਸ਼ਨ ਨੰਬਰ 4, ਬੰਮ ਬਹਾਦਰ ਕਿਸ ਚੀਜ਼ ਨਾਲ ਲੱਦਿਆ ਪਿਆ ਸੀ? ਪ੍ਰਸ਼ਨ ਨੰਬਰ 5, ਬੰਮ ਨੇ ਮਹਾਰਾਣੀ ਨੂੰ ਕਿਸ ਤਰ੍ਹਾਂ ਸਲਾਮੀ ਦਿੱਤੀ? ਧੰਨਵਾਦ।